News, views and current affairs with Gurpreet Singh। ਗੁੱਡ ਈਵਨਿੰਗ ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਨਵੀਂ ਤਾਜ਼ੀ ਦੇ ਵਿੱਚ। ਅੱਜ ਹੈ ਜੀ 28 ਅਕਤੂਬਰ, ਮੰਗਲਵਾਰ ਦੀ ਸ਼ਾਮ ਹੈ। ਬੰਦਾ ਹਾਜ਼ਰ ਹੈ ਤੁਹਾਡੇ ਸੇਵਾ 'ਚ ਬਹੁਤ ਸਾਰੀ ਖਬਰਾਂ ਲੈ ਕੇ। ਖਬਰਾਂ ਤੋਂ ਬਾਅਦ ਇੱਕ ਬਹੁਤ ਹੀ ਖਾਸ ਉਮੰਗ ਨਾਲ ਬਹੁਤ ਹੀ ਖਾਸ ਗੱਲਬਾਤ। ਸਭ ਤੋਂ ਵੱਡੀ ਖਬਰ ਅੱਜ ਦੀ ਇਹ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਦੇ ਵਿਚਾਲੇ ਜਿਹੜਾ ਇੱਕ ਆਰਜ਼ੀ ਸਮਝੌਤਾ ਕਰਵਾਇਆ ਗਿਆ ਅਮਰੀਕਾ ਵੱਲੋਂ ਹੋਰਨਾਂ ਤਾਕਤਾਂ ਵੱਲੋਂ, ਉਸ ਵਿੱਚ ਤਰੇੜਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ। ਹੁਣ ਹੋਇਆ ਇਸ ਤਰ੍ਹਾਂ ਕਿ ਇਜ਼ਰਾਈਲ ਜਿਹੜੇ ਪ੍ਰਧਾਨ ਮੰਤਰੀ ਨੇ ਨਤਨਯਾਹੂ, ਉਹ ਇਹ ਇਲਜ਼ਾਮ ਲਾ ਰਹੇ ਨੇ ਕਿ ਹਮਾਸ ਵੱਲੋਂ ਇਸ ਜਿਹੜੀ ਅਮਨ ਦੀਆਂ ਸ਼ਰਤਾਂ ਦੀ ਅਵੱਗਿਆ ਕੀਤੀ ਜਾ ਰਹੀ, ਜੋ ਇਹ ਜੰਗਬੰਦੀ ਦਾ ਫੈਸਲਾ ਹੋਇਆ ਉਸ ਦੀ ਅਵੱਗਿਆ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਹਮਲੇ ਕੀਤੇ ਜਾ ਰਹੇ ਨੇ, ਜਿਸ ਕਾਰਨ ਉਹਨਾਂ ਨੇ ਫੌਜ ਨੂੰ ਗਾਜ਼ਾ ਵਿੱਚ ਵੱਡੀ ਕਾਰਵਾਈ ਕਰਨ ਲਈ ਕਹਿ ਦਿੱਤਾ, ਜਿਸ ਤੋਂ ਪਿੱਛੋਂ ਜ਼ਾਹਰਾ ਤੌਰ 'ਤੇ ਉੱਥੇ ਜਿਹੜਾ ਇੱਕ ਥੋੜ੍ਹੇ ਸਮੇਂ ਲਈ ਟਿਕਟਿਕਾ ਹੋਇਆ ਸੀ, ਹੁਣ ਉੱਥੇ ਦੁਬਾਰਾ ਵੱਡਾ ਸੰਕਟ ਪੈਦਾ ਹੋ ਸਕਦਾ। ਸੋ ਇਹ ਹਾਲਾਤ ਬਣੇ ਹੋਏ ਨੇ। ਉਲਟਾ ਹਮਾਸ ਵਾਲੇ ਇਹ ਕਹਿ ਰਹੇ ਨੇ ਕਿ ਜਦੋਂ ਦੀ ਜੰਗਬੰਦੀ ਦਾ ਐਲਾਨ ਹੋਇਆ, ਜਦੋਂ ਦਾ 10 ਅਕਤੂਬਰ ਤੋਂ, ਉਸ ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਵੱਲੋਂ 125 ਵਾਰ ਜੰਗਬੰਦੀ ਦੀ ਸ਼ਰਤਾਂ ਦੀ ਅਵੱਗਿਆ ਕੀਤੀ ਜਾ ਚੁੱਕੀ ਹੈ। ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਉਲਟਾ 94 ਫਲਸਤੀਨੀ ਮੌਤ ਦੀ ਭੇਟ ਚੜ੍ਹ ਚੁੱਕੇ ਨੇ। ਸੋ ਉਲਟਾ ਚੋਰ ਕੋਤਵਾਲ ਕੋ ਡਾਟੇ ਵਾਲੀ ਮਿਸਾਲ ਇੱਥੇ ਕਾਇਮ ਹੋਈ ਹੈ। ਉਹਨਾਂ ਦਾ ਕਹਿਣਾ ਕਿ ਇਜ਼ਰਾਈਲ ਵੱਲੋਂ ਪਹਿਲ ਕਦਮੀ ਹੋਈ ਹੈ ਔਰ ਹੁਣ ਇਜ਼ਰਾਈਲ ਹੀ ਸਾਡੇ 'ਤੇ ਦੋਸ਼ ਲਾ ਰਿਹਾ ਔਰ ਜੰਗਬੰਦੀ ਦੀਆਂ ਸ਼ਰਤਾਂ ਦੇ ਬਗੈਰ ਦੋਸ਼ ਲਾ ਕੇ ਇਸ ਸਮਝੌਤੇ 'ਚੋਂ ਬਾਹਰ ਨਿਕਲਣਾ ਚਾਹੁੰਦਾ। ਸੋ ਵੇਖੋ ਕੀ ਬਣਦਾ ਨਹੀਂ ਬਣਦਾ, ਪਰ ਇਸ ਸਮੇਂ ਚਿੰਤਾ ਬਣੀ ਹੋਈ ਹੈ। ਸਭ ਦੀ ਨਜ਼ਰਾਂ ਇਸ ਸਮੇਂ ਗਾਜ਼ਾ 'ਤੇ ਨੇ। ਅਗਲੀ ਜਿਹੜੀ ਵੱਡੀ ਖਬਰ ਕਿ ਅਮਰੀਕਾ ਵੱਲੋਂ ਪੈਸੀਫਿਕ ਅਤੇ ਕੈਰੀਬੀਅਨ ਇਲਾਕੇ ਵਿੱਚ ਹਮਲੇ ਨਿਰੰਤਰ ਜਾਰੀ ਨੇ। ਅਮਰੀਕਾ ਸਰਕਾਰ ਦਾ ਦਾਅਵਾ ਹੈ ਕਿ ਡਰੱਗ ਦੀ ਤਸਕਰੀ ਕਰਨ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਉਹਨਾਂ ਦਾ ਕਹਿਣਾ ਕਿ ਇਹ ਜਿਹੜੇ ਤਸਕਰ ਨੇ ਕੋਲੰਬੀਆ ਵਿੱਚ, ਵੈਨੇਜ਼ੁਏਲਾ ਵਿੱਚ ਸਰਗਰਮ ਨੇ। ਤਾਜ਼ਾ ਹਮਲਿਆਂ ਦੇ ਵਿੱਚ 14 ਮੌਤਾਂ ਹੋਈਆਂ ਨੇ। ਹੁਣ ਤੱਕ 57 ਮੌਤਾਂ ਹੋ ਚੁੱਕੀਆਂ ਨੇ। ਅੰਤਰਰਾਸ਼ਟਰੀ ਸੰਸਥਾਵਾਂ ਦਾ ਕਹਿਣਾ ਕਿ ਅਮਰੀਕਾ ਸਰਕਾਰ ਅੰਤਰਰਾਸ਼ਟਰੀ ਕਾਨੂੰਨ ਦੀ ਅਵੱਗਿਆ ਕਰ ਰਹੀ ਹੈ। ਇਹ ਕਾਰਵਾਈਆਂ ਇਹਨਾਂ ਦੇਸ਼ਾਂ ਦੀ ਸਰਕਾਰਾਂ ਨੂੰ ਕਰਨੀ ਚਾਹੀਦੀਆਂ ਨੇ, ਚਾਹੇ ਉਹ ਕੋਲੰਬੀਆ ਦੀ ਸਰਕਾਰ ਹੈ, ਚਾਹੇ ਵੈਨੇਜ਼ੁਏਲਾ ਦੀ ਸਰਕਾਰ। ਵੈਨੇਜ਼ੁਏਲਾ ਦੀ ਸਰਕਾਰ ਤਾਂ ਕਹਿ ਚੁੱਕੀ ਹੈ ਕਿ ਸਾਡਾ ਤਖਤਾ ਪਲਟਣ ਲਈ ਸਾਜ਼ਿਸ਼ਾਂ ਗੁੱਦੀਆਂ ਜਾ ਰਹੀਆਂ ਨੇ, ਇਹ ਉਸ ਦਾ ਹਿੱਸਾ ਹੈ। ਅਗਲੀ ਵੱਡੀ ਖਬਰ ਆ ਰਹੀ ਜਮੈਕਾ ਤੋਂ। ਉੱਥੇ ਵੱਡਾ ਤੂਫਾਨ ਦਸਤਕ ਦੇ ਰਿਹਾ। ਇਸ ਸਾਲ ਦਾ ਸਭ ਤੋਂ ਵੱਡਾ ਅਤੇ ਭਿਆਨਕ ਤੂਫਾਨ ਦਸਤਕ ਦੇ ਰਿਹਾ। ਮੁੱਢਲੀਆਂ ਰਿਪੋਰਟਾਂ ਦੇ ਮੁਤਾਬਕ 3 ਮੌਤਾਂ ਹੋ ਚੁੱਕੀਆਂ ਨੇ। ਹੋ ਸਕਦਾ ਜਦੋਂ ਤੱਕ ਖਬਰਾਂ ਨਸ਼ਰ ਹੋਣ ਮੌਤਾਂ ਦੀ ਗਿਣਤੀ ਵੱਧ ਜਾਵੇ। ਫਿਲਹਾਲ ਤਾੜਨਾ ਜਾਰੀ ਕੀਤੀ ਗਈ ਕਿ ਇਸ ਤੂਫਾਨ ਦੇ ਚਲਦਿਆਂ ਜਾਨੀ ਮਾਲੀ ਨੁਕਸਾਨ ਵੱਡੇ ਪੱਧਰ 'ਤੇ ਹੋ ਸਕਦਾ। ਸੋ ਜਮੈਕਾ ਦੇ ਵਿੱਚ ਇਸ ਸਮੇਂ ਕਾਫੀ ਹਾਲਾਤ ਨਾਜ਼ੁਕ ਬਣੇ ਹੋਏ ਨੇ। ਲੋਕਾਂ ਤੋਂ ਘਰ ਖਾਲੀ ਕਰਵਾ ਲਏ ਗਏ ਨੇ, ਸੁਰੱਖਿਆ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ। ਵੇਖੋ ਕੀ ਬਣਦਾ ਨਹੀਂ ਬਣਦਾ। ਕੀਨੀਆ ਤੋਂ ਖਬਰ ਆ ਰਹੀ ਹੈ, ਉੱਥੇ ਇੱਕ ਟੂਰਿਸਟ ਦਾ ਜਿਹੜਾ ਜਹਾਜ਼, ਪਰਯਟਕਾਂ ਦਾ ਜਹਾਜ਼, ਉਹ ਹਾਦਸਾਗ੍ਰਸਤ ਹੋ ਗਿਆ। ਸਿੱਟੇ ਵਜੋਂ 11 ਮੌਤਾਂ ਹੋਈਆਂ ਨੇ। ਮਰਨ ਵਾਲਿਆਂ ਵਿੱਚੋਂ 10 ਯੂਰਪੀ ਪਰਯਟਕ ਸਨ ਅਤੇ ਇੱਕ ਕੀਨੀਅਨ ਪਾਇਲਟ। ਸੋ ਟੂਰਿਸਟਾਂ ਨੂੰ ਲਿਜਾਣ ਵਾਲਾ ਇਹ ਜਹਾਜ਼ ਹਾਦਸਾਗ੍ਰਸਤ ਹੋਇਆ। ਸਿੱਟੇ ਵਜੋਂ ਇੱਕ ਕੀਨੀਅਨ ਪਾਇਲਟ ਸਣੇ। 11 ਮੌਤਾਂ ਹੋਈਆਂ ਨੇ, ਬਾਕੀ ਸਾਰੇ ਯੂਰਪੀਅਨ ਟੂਰਿਸਟ ਹਨ। ਜਾਪਾਨ ਤੋਂ ਖਬਰ ਇਹ ਆ ਰਹੀ ਕਿ ਉੱਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਦੇ ਕਤਲ ਵਿੱਚ ਸ਼ਾਮਲ ਵਿਅਕਤੀ ਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ। ਚੇਤੇ ਰਹੇ, ਟੈਟਸੂਯੂ ਯਾਮਾਗਾਮੀ ਨਾਂ ਦੇ ਇਸ ਵਿਅਕਤੀ ਦੇ ਦੋਸ਼ ਲੱਗੇ ਸਨ ਕਿ ਉਸਨੇ ਸ਼ਿੰਜ਼ੋ ਅਬੇ ਨੂੰ ਕਤਲ ਕੀਤਾ ਸੀ। ਇਹ ਘਟਨਾ 2022 'ਚ ਵਾਪਰੀ ਸੀ। ਸ਼ਿੰਜ਼ੋ ਅਬੇ ਇੱਕ ਬਹੁਤ ਗਰਮ ਖਿਆਲੀ ਕਿਸਮ ਦੇ ਆਗੂ ਸਨ। ਉਹਨਾਂ ਦੀ ਵਿਦੇਸ਼ ਨੀਤੀਆਂ ਬਹੁਤ ਸਖਤ ਸੀਗੀਆਂ, ਇੱਥੋਂ ਤੱਕ ਕਿ ਅੰਦਰੂਨੀ ਆਰਥਿਕ ਨੀਤੀਆਂ ਵੀ ਬਹੁਤ ਸਖਤ ਸੀਗੀਆਂ, ਜਿਸ ਦੇ ਚਲਦਿਆਂ ਯਾਮਾਗਾਮੀ ਦਾ ਕਹਿਣਾ ਸੀ ਕਿ ਉਸਦੀ ਮਾਂ ਨੂੰ ਤੇ ਉਸਦੇ ਟੱਬਰ ਨੂੰ ਕਈ ਔਖਿਆਈਆਂ ਝੱਲਣੀਆਂ ਪਈਆਂ, ਬੈਂਕਰਪਸੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸਨੇ ਸ਼ਿੰਜ਼ੋ ਅਬੇ ਨੂੰ ਕਤਲ ਕੀਤਾ ਸੀ 2022 ਦੇ ਵਿੱਚ। ਹੁਣ ਉਸਦੇ ਖਿਲਾਫ ਮੁਕੱਦਮੇ ਸੁਣਵਾਈ ਸ਼ੁਰੂ ਹੈ। ਸੋ ਸੁਣਵਾਈ ਦੇ ਪਹਿਲੇ ਦਿਨ ਹੀ ਉਸਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ। ਸੋ ਇਹ ਇੱਕ ਵੱਡੀ ਡਿਵੈਲਪਮੈਂਟ ਹੈ ਜਾਪਾਨ ਦੀ। ਅਗਲੀ ਵੱਡੀ ਖਬਰ ਕਿ ਕੰਗਨਾ ਰਣੌਤ, ਜਿਹੜੀ ਕਿਸੇ ਵੇਲੇ ਬਾਲੀਵੁੱਡ ਦੀ ਸਟਾਰ ਵਜੋਂ ਜਾਣੀ ਜਾਂਦੀ ਸੀ, ਇਸ ਸਮੇਂ ਭਾਰਤ ਦੇ ਮੰਡੀ ਇਲਾਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਹੈ। ਉਸਨੇ ਮਹਿੰਦਰ ਕੌਰ ਤੋਂ ਮਾਫੀ ਮੰਗ ਲਈ ਹੈ। ਯਾਦ ਰਹੇ, ਕਿਸਾਨ ਅੰਦੋਲਨ ਦੌਰਾਨ ਉਸਨੇ ਮਹਿੰਦਰ ਕੌਰ ਅਤੇ ਇਸ ਤਰ੍ਹਾਂ ਦੀਆਂ ਹੋਰ ਬਜ਼ੁਰਗ ਔਰਤਾਂ ਜਿਹੜੀਆਂ ਧਰਨੇ 'ਤੇ ਬੈਠੀਆਂ ਸਨ, ਉਹਨਾਂ ਬਾਰੇ ਟਿੱਪਣੀ ਕੀਤੀ ਸੀ ਕਿ 100-100 ਰੁਪਈਏ ਲੈ ਕੇ ਧਰਨੇ ਦਿੰਦੀਆਂ ਫਿਰਦੀਆਂ। ਇੱਕ ਤਰੀਕੇ ਨਾਲ ਬੇਇੱਜ਼ਤੀ ਕੀਤੀ ਸੀ ਉਸਨੇ ਉਸ ਬਜ਼ੁਰਗ ਔਰਤ ਦੀ। ਉਸ ਤੋਂ ਪਿੱਛੋਂ ਉਸਦੇ ਖਿਲਾਫ ਬਠਿੰਡੇ ਦੇ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ, ਜਿਸ ਦੇ ਕਰਕੇ ਉਸਨੂੰ ਅਦਾਲਤ 'ਚ ਪੇਸ਼ ਹੋਣਾ ਪਿਆ। ਉੱਥੇ ਉਸਦਾ ਕਹਿਣਾ ਕਿ ਮੈਂ ਮਹਿੰਦਰ ਕੌਰ ਦੇ ਪਤੀ ਤੋਂ ਮਾਫੀ ਮੰਗ ਲਈ ਹੈ ਉਸਦੀ ਗੈਰ ਹਾਜ਼ਰੀ ਦੇ ਵਿੱਚ। ਹਾਲਾਂਕਿ ਉਸਦੇ ਪਤੀ ਕਹਿ ਰਹੇ ਨੇ ਕਿ ਅਜੇ ਕੋਈ ਮਾਫੀ ਨਹੀਂ ਮੰਗੀ ਗਈ, ਪਰ ਉਸਦਾ ਕਹਿਣਾ ਕਿ ਗਲਤਫਹਿਮੀ ਸੀ। ਸੋ ਕੋਈ ਮੀਮ ਸੀਗਾ, ਗਲਤ ਮੀਮ ਚੜ੍ਹ ਗਿਆ ਟਵਿੱਟਰ ਦੇ ਉੱਤੇ, ਲੋਕਾਂ ਨੂੰ ਭੁਲੇਖਾ ਪੈ ਗਿਆ। ਇਸ ਕਿਸਮ ਦੀ ਗੱਲ ਉਹ ਕਹਿਣ ਦੀ ਕੋਸ਼ਿਸ਼ ਕਰ ਰਹੀ। ਕੰਗਨਾ ਰਣੌਤ ਨੇ ਇੱਕ ਤਰੀਕੇ ਨਾਲ ਮਾਫੀ ਮੰਗੀ ਹੈ। ਕਹਿ ਸਕਦੇ ਹੋ ਕਿ ਉਸਦੀ ਆਕੜ ਭੰਨੀ ਗਈ ਹੈ, ਕਿਉਂਕਿ ਬਹੁਤ ਆਕੜਖੋਰ ਕਿਸਮ ਦੀ ਇਹ ਔਰਤ ਹੈ। ਔਰ ਚੰਡੀਗੜ੍ਹ ਦੇ ਹਵਾਈ ਅੱਡੇ 'ਤੇ ਇਸਨੇ ਇੱਕ ਸੈਂਟਰਲ ਨੈਸ਼ਨਲ ਸਿਕਿਉਰਿਟੀ ਫੋਰਸ ਦੀ ਕਾਂਸਟੇਬਲ ਨਾਲ ਵੀ ਬਹਿਸ ਕੀਤੀ, ਜਿਸ ਦੇ ਚਲਦਿਆਂ ਉਸ ਕਾਂਸਟੇਬਲ ਨੇ ਉਸਨੂੰ ਚਪੇੜ ਕੱਢ ਮਾਰੀ ਸੀ। ਉਸ ਕਾਂਸਟੇਬਲ ਦਾ ਕਹਿਣਾ ਸੀ ਕਿ ਕਿਉਂਕਿ ਉਸਦੇ ਖੁਦ ਮਾਪੇ ਵੀ ਕਿਸਾਨ ਨੇ
ਅੰਦੋਲਨ ਵੀ ਸ਼ਾਮਲ ਸੀ। ਸੋ ਉਸਨੇ ਮਹਿਸੂਸ ਕੀਤਾ ਕਿ ਕਿਸਾਨਾਂ ਦੀ ਇਸਨੇ ਬੇਲੋੜੀ ਬੇਇੱਜ਼ਤੀ ਕੀਤੀ ਹੈ। ਇਸ ਗੱਲ ਨੂੰ ਲੈ ਕੇ ਬਹਿਸ ਛਿੜ ਪਈ। ਉਸਨੇ ਕੰਗਨਾ ਦੇ ਚਪੇੜ ਕੱਢ ਮਾਰੀ ਸੀ। ਸੋ ਕੰਗਨਾ ਰਣੌਤ ਨੇ ਹੁਣ ਮਾਫੀ ਮੰਗੀ ਹੈ, ਕਿਹਾ ਕਿ ਮੈਂ ਆਪਣੀ ਗਲਤੀ ਸਵੀਕਾਰਦੀ ਹਾਂ ਔਰ ਇਹ ਸਾਰਾ ਕੁਝ ਭੁਲੇਖੇ 'ਚ ਅਚਨਚੇਤ ਹੋਇਆ। ਸੋ ਜਿਹੜੇ ਕਿਸਾਨ ਅੰਦੋਲਨ ਦੇ ਸਮਰਥਕ ਨੇ ਸੋਸ਼ਲ ਮੀਡੀਆ 'ਤੇ ਉਹ ਕਹਿ ਰਹੇ ਨੇ ਕਿ ਇਹ ਮਹਿੰਦਰ ਕੌਰ ਦੀ ਜਿੱਤ ਹੈ। ਮਹਿੰਦਰ ਕੌਰ ਨੇ ਉਸਨੂੰ ਇੱਕ ਤਰੀਕੇ ਨਾਲ ਸਬਕ ਸਿਖਾਇਆ। ਸੋ ਮਹਿੰਦਰ ਕੌਰ ਨੂੰ ਵਧਾਈ ਦੇ ਰਹੇ ਨੇ। ਇਹ ਇੱਕ ਵੱਡੀ ਖਬਰ ਹੈ ਪੰਜਾਬ ਦੀ। ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਦੇ ਬਾਰੇ ਇੱਕ ਜਿਹੜਾ ਵੀਡੀਓ ਵਾਇਰਲ ਹੋਇਆ ਜਿਸ ਦੀ ਪ੍ਰਮਾਣਿਕਤਾ ਸਿੱਧ ਨਹੀਂ ਹੋਈ। ਕੈਨੇਡਾ ਦੇ ਇੱਕ ਵਸਨੀਕ ਨੇ ਵੀਡੀਓ ਕੱਢਿਆ, ਜਗਮਨ ਸਮਰਾ ਨਾਂ ਉਸਦਾ, ਜਿਹੜਾ ਕਿਸੇ ਵੇਲੇ ਭਗਵੰਤ ਮਾਨ ਜੀ ਦਾ ਦੋਸਤ ਹੁੰਦਾ ਸੀ। ਹੁਣ ਸਵਾਲ ਉੱਠ ਰਿਹਾ ਕਿ ਉਸਨੇ ਵੀਡੀਓ ਇੰਨੇ ਸਾਲਾਂ ਬਾਅਦ ਕਿਉਂ ਕੱਢਿਆ? ਜੇ ਵੀਡੀਓ ਸੱਚਮੁੱਚ ਸਹੀ ਵੀ ਹੈ ਤਾਂ ਕਿਉਂ ਕੱਢਿਆ, ਔਰ ਵੀਡੀਓ ਬਣਾਇਆ ਕਿਉਂ ਗਿਆ ਬਿਨਾਂ ਭਗਵੰਤ ਮਾਨ ਨੂੰ ਭਰੋਸੇ ਚੱਲਿਆ? ਇੱਕ ਤਰੀਕੇ ਨਾਲ ਯਾਰ ਮਾਰ ਹੋਈ ਹੈ ਔਰ ਇੱਕ ਤਰੀਕੇ ਨਾਲ ਉਹਨਾਂ ਨੇ ਭਰੋਸਾ ਤੋੜਿਆ ਭਗਵੰਤ ਮਾਨ ਦਾ। ਉਹਨਾਂ ਦੇ ਖਿਲਾਫ ਫੌਜਦਾਰੀ ਕਾਰਵਾਈ ਇਸ ਲਈ ਬਣ ਰਹੀ ਕਿਉਂਕਿ ਬ੍ਰੀਚ ਆਫ ਟਰਸਟ ਹੈ। ਪਰ ਪੰਜਾਬ ਦੀ ਸਰਕਾਰ ਜਿਸ ਤਰ੍ਹਾਂ ਰਿਐਕਟ ਕਰ ਰਹੀ ਹੈ ਉਸ ਨਾਲ ਭੁਲੇਖੇ ਖੜੇ ਹੋ ਗਏ ਨੇ। ਉਹ ਇਹ ਕਹਿ ਰਹੀ ਹੈ, ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਵੀਡੀਓ ਝੂਠਾ ਹੈ, ਜਦੋਂ ਕਿ ਅਜੇ ਤੱਕ ਫੋਰੈਂਸਿਕ ਜਾਂਚ ਨਹੀਂ ਹੋਈ। ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਮਾਮਲਾ ਚੁੱਕ ਰਹੇ ਨੇ ਬਾਰ-ਬਾਰ। ਸੋ ਚਾਹੀਦਾ ਤਾਂ ਇਹ ਸੀਗਾ ਕਿ ਅਸੂਲੀ ਤੌਰ 'ਤੇ ਜੇ ਸੱਚਮੁੱਚ ਇਹ ਵੀਡੀਓ ਸਹੀ ਵੀ ਹੈ ਤਾਂ ਪਰਦਾਪੋਸ਼ੀ ਕਰਨ ਦੀ ਥਾਂ 'ਤੇ ਉਲਟਾ ਉਸ ਵਿਅਕਤੀ ਦੇ ਖਿਲਾਫ ਫੌਜਦਾਰੀ ਕਾਰਵਾਈ ਤਾਂ ਵੀ ਬਣਦੀ ਹੈ ਕਿ ਪੁਰਾਣਾ ਵੀਡੀਓ ਕਿਉਂ ਕੱਢਿਆ ਗਿਆ, ਲੋਕੇ ਵੀਡੀਓ ਬਣਾਇਆ ਕਿਉਂ ਗਿਆ, ਜਿਹੜੀ ਰੂਸੀ ਔਰਤਾਂ ਜਿਸ ਦੇ ਬਾਰੇ ਕਿਹਾ ਜਾ ਰਿਹਾ ਪੇਸ਼ ਕੀਤੀਆਂ ਗਈਆਂ ਭਗਵੰਤ ਮਾਨ ਨੂੰ, ਉਹ ਕੌਣ ਸੀ ਪੇਸ਼ ਕਰਨ ਵਾਲੇ? ਇਹ ਸਾਰੇ ਸਵਾਲ ਨੇ। ਸੋ ਭਗਵੰਤ ਮਾਨ ਦੀ ਇੱਕ ਨਿੱਜੀ ਜ਼ਿੰਦਗੀ ਵੀ ਹੈ। ਅੱਜ ਤੋਂ ਕਈ ਸਾਲ ਪਹਿਲਾਂ ਉਹ ਕੀ ਕਰ ਰਹੇ ਸੀ, ਜਦੋਂ ਕਲਾਕਾਰ ਸੀ ਜਾਂ PPP 'ਚ ਗਏ ਸੀਗੇ, ਉਹ ਗੱਲਾਂ ਪਿੱਛੇ ਰਹਿ ਗਈਆਂ ਨੇ। ਅੱਜ ਦੀ ਤਰੀਕ ਵਿੱਚ ਉਹ ਵੀਡੀਓ ਕੱਢਣਾ ਨੇ ਸਾਲਾਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਕਿ ਕੀ ਜਗਮਨ ਸਮਰਾ ਆਪਣੀ ਉਹ ਕਿਹੜ ਕੱਢ ਰਹੇ ਨੇ? ਜੇ ਕੱਢ ਰਹੇ ਨੇ ਤਾਂ ਕੀ ਇਹ ਗੱਲ ਜਾਇਜ਼ ਸੀ ਕਿ ਆਪਣੇ ਜਿਸ ਵੇਲੇ ਤੁਹਾਡੇ ਦੋਸਤ ਸੀ, ਖਾਂਦੇ ਪੀਂਦੇ ਸੀ ਇਕੱਠੇ, ਤੁਸੀਂ ਉਸ ਵੇਲੇ ਦੀਆਂ ਗੱਲਾਂ ਅੱਜ ਡਰਟੀ ਲਾਂਡਰੀ ਉਸਦੀ ਬਾਹਰ ਕੱਢ ਕੇ ਲਿਆਓ ਲੋਕਾਂ ਦੇ ਵਿੱਚ? ਇਹ ਕੁਛ ਨੈਤਿਕਤਾ ਦੇ ਨਾਲ ਜੁੜੇ ਹੋਏ ਸਵਾਲ ਨੇ। ਪਰ ਸਾਡਾ ਜਿਹੜਾ ਸਮਾਜ ਹੈ ਉਸ ਵਿੱਚ ਇੰਨੀ ਹਿੰਮਤ ਨਹੀਂ ਕਿ ਇਹਨਾਂ ਗੱਲਾਂ ਨੂੰ ਸਵੀਕਾਰੇ। ਉਲਟਾ ਪਰਦੇ ਪਾਏ ਜਾਂਦੇ ਨੇ ਕਿ ਨਹੀਂ ਇਹ ਵੀਡੀਓ ਝੂਠਾ ਹੈ, ਇਹ ਕਹਿ ਦਿੱਤਾ ਪਰ ਗੱਲ ਬਣੀ ਨਹੀਂ, ਕਿਸੇ ਪਾਸੇ ਲੱਗੀ ਨਹੀਂ। ਸੋ ਇਹ ਇੱਕ ਬੜਾ ਵੱਡਾ ਮਸਲਾ ਖੜਾ। ਪਰ ਇਨ ਦ ਮੀਨ ਟਾਈਮ ਜਗਮਨ ਸਮਰਾ ਨੇ ਇਹ ਦਾਅਵਾ ਕੀਤਾ ਸੀ ਕਿ ਵੀਕਐਂਡ ਦੌਰਾਨ ਉਸ ਅਖੌਤੀ ਗੋਰੀ ਔਰਤ ਨੂੰ ਜਾਂ ਰੂਸੀ ਭਾਬੀ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਵੀਕਐਂਡ ਲੰਘ ਗਿਆ, ਮੈਂ ਕੋਈ ਵੀਡੀਓ ਵੇਖਿਆ ਨਹੀਂ ਸੋਸ਼ਲ ਮੀਡੀਆ 'ਤੇ। ਜੇ ਤੁਹਾਡੇ 'ਚੋਂ ਕਿਸੇ ਨੇ ਵੇਖਿਆ ਤਾਂ ਮੇਰੇ ਧਿਆਨ 'ਚ ਲਿਆਓ। ਮੈਂ ਆਪਣੀ ਇਸ ਖਬਰ ਸੁਧਾਈ ਵੀ ਕਰਨ ਲਈ ਤਿਆਰ ਹਾਂ। ਪਰ ਮੇਰੀ ਨੌਲੇਜ ਵਿੱਚ ਕੋਈ ਵੀਡੀਓ ਅਜਿਹਾ ਜਾਰੀ ਨਹੀਂ ਹੋਇਆ ਅਤੇ ਨਾ ਉਸ ਦੇ ਕਹਿਣ ਮੁਤਾਬਕ ਜਿਹੜਾ ਉਹ ਕਹਿ ਰਿਹਾ ਸੀ ਆਮ ਆਦਮੀ ਪਾਰਟੀ ਸਮਰਥਕਾਂ ਨੂੰ ਕਿ ਤੁਹਾਡੀ ਰੂਸੀ ਭਾਬੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ, ਉਹ ਵਾਅਦਾ ਉਸਨੇ ਪੂਰਾ ਕੀਤਾ। ਸੋ ਹਰ ਚੀਜ਼ ਨੂੰ ਇੱਕ ਪਿੰਚ ਆਫ ਸਾਲਟ ਵਜੋਂ ਲੈਣਾ ਚਾਹੀਦਾ ਇਸ ਪੂਰੇ ਮਾਮਲੇ ਵਿੱਚ। ਅਗਲੀ ਜਿਹੜੀ ਵੱਡੀ ਖਬਰ ਕਿ ਭਗਵੰਤ ਮਾਨ ਨੇ ਇੱਕ ਬਿਆਨ ਜਾਰੀ ਕੀਤਾ ਸੋਸ਼ਲ ਮੀਡੀਆ 'ਤੇ, ਬੜਾ ਮਹੱਤਵਪੂਰਨ ਬਿਆਨ ਹੈ ਕਿ ਦਿੱਲੀ ਦੇ ਵਿੱਚ ਇਸ ਸਮੇਂ ਪ੍ਰਦੂਸ਼ਣ ਵਧਿਆ ਹੋਇਆ ਦੀਵਾਲੀ ਦੇ ਚੱਲਦਿਆਂ। ਪਟਾਕੇ ਬਹੁਤ ਚੱਲੇ ਉੱਥੇ, ਆਤਿਸ਼ਬਾਜ਼ੀ ਇੰਨੀ ਜ਼ਿਆਦਾ ਹੋਈ ਜਿਸ ਦੇ ਕਰਕੇ ਅਸਮਾਨ 'ਤੇ ਘੱਟਾ ਚੜ੍ਹ ਗਿਆ, ਪ੍ਰਦੂਸ਼ਣ ਫੈਲ ਗਿਆ, ਹਵਾ ਦੀ ਕੁਆਲਿਟੀ ਬੜੀ ਪ੍ਰਭਾਵਿਤ ਹੋਈ। ਪਰ ਦਿੱਲੀ ਦੇ ਜਿਹੜੇ ਭਾਜਪਾ ਦੇ ਆਗੂ ਨੇ ਮਨਜਿੰਦਰ ਸਿੰਘ ਸਰਸਾ, ਉਹ ਪੰਜਾਬ ਨੂੰ ਦੋਸ਼ ਦੇ ਰਹੇ ਨੇ ਕਿ ਉੱਥੇ ਪਰਾਲੀ ਨੂੰ ਜਿਵੇਂ ਅੱਗ ਲਾਈ ਗਈ ਉਸ ਦੇ ਚਲਦਿਆਂ ਇੰਨਾ ਧੂੰਆਂ ਦਿੱਲੀ ਤੱਕ ਪਹੁੰਚਿਆ। ਇੱਥੋਂ ਤੱਕ ਕਿ ਕਈ ਕੱਟੜ ਹਿੰਦੂ ਜਿਹੜੇ ਸੰਗਠਨਾਂ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਪੰਜਾਬ ਸਰਕਾਰ ਨੂੰ ਬਲੇਮ ਕਰ ਰਹੇ ਨੇ ਸੋਸ਼ਲ ਮੀਡੀਆ 'ਤੇ ਔਰ ਕਹਿ ਰਹੇ ਨੇ ਕਿ ਸਾਡੇ ਤਿਉਹਾਰ ਨੂੰ ਬਦਨਾਮ ਕੀਤਾ ਗਿਆ ਜਦੋਂ ਕਿ ਪਰਾਲੀ ਦੀ ਅੱਗ ਕਾਰਨ ਹੋਇਆ। ਭਗਵੰਤ ਮਾਨ ਨੇ ਕਲੈਰੀਫਾਈ ਕੀਤਾ ਕਿ ਜਿਹੜੀ ਸਾਡੀ ਝੋਨੇ ਦੀ ਫਸਲ ਹੈ ਪੰਜਾਬ ਦੀ 80% ਅਜੇ ਤੱਕ ਵੱਢੀ ਨਹੀਂ ਗਈ। ਜਦੋਂ ਤੱਕ ਉਹ ਵੱਢੀ ਨਹੀਂ ਜਾਊਗੀ, ਜ਼ਮੀਨ ਵਿਹਲੀ ਨਹੀਂ ਹੋਊਗੀ, ਉਦੋਂ ਤੱਕ ਪਰਾਲੀ ਨੂੰ ਅੱਗ ਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਕਿਸ ਤਰ੍ਹਾਂ ਇਹ ਗੱਲ ਉਹਨਾਂ ਨੇ ਬਣਾ ਲਈ, ਇਹ ਉਹ ਸਵਾਲ ਕਰ ਰਹੇ ਨੇ। ਨਾਲ ਦੀ ਨਾਲ ਕਹਿ ਰਹੇ ਨੇ ਕਿ ਉੱਤਰ ਤੋਂ ਦੱਖਣ ਨੂੰ ਹਵਾ ਚੱਲਦੀ ਹੈ। ਇਸ ਸਮੇਂ ਹਵਾ ਚੱਲ ਨਹੀਂ ਰਹੀ ਤਾਂ ਫਿਰ ਅੱਗ ਤਾਂ ਧੂੰਆਂ ਉੱਥੇ ਕਿਵੇਂ ਪਹੁੰਚ ਗਿਆ? ਜੇ ਮੰਨ ਵੀ ਲੈਂਦੇ ਕਿ ਅੱਗ ਕਿਸੇ ਲੱਗੀ ਹੈ ਪਰਾਲੀ ਨੂੰ, ਧੂੰਆਂ ਕਿਵੇਂ ਪਹੁੰਚ ਗਿਆ? ਨਾਲ ਦੀ ਨਾਲ ਉਹਨਾਂ ਨੇ ਕਿਹਾ ਹਰਿਆਣਾ ਗੱਭੇ ਆਉਂਦਾ ਪੰਜਾਬ ਤੇ ਦਿੱਲੀ ਦੇ। ਹਰਿਆਣੇ ਵੱਲ ਉਂਗਲ ਕਿਉਂ ਨਹੀਂ ਕੀਤੀ ਸਰਕਾਰ ਨੇ? ਇਹ ਸੋਚਣ ਵਾਲੀ ਗੱਲ। ਸੋ ਉਹਨਾਂ ਦਾ ਕਹਿਣਾ ਜ਼ਾਹਿਰ ਤੌਰ 'ਤੇ ਸਾਡੇ ਖਿਲਾਫ ਸਿਆਸੀ ਕਿਹੜੇ ਵੀ ਕੱਢੀ ਜਾ ਰਹੀ ਹੈ ਔਰ ਖਾਮਖਾਹ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਹੋਇਆਂ ਪੰਜਾਬ 'ਤੇ ਇਹ ਇਲਜ਼ਾਮ ਮੜਿਆ ਜਾ ਰਿਹਾ। ਇਹ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ। ਵੈਸੇ ਭਗਵੰਤ ਮਾਨ ਕਾਮੇਡੀਅਨ ਰਹੇ ਨੇ, ਉਸ ਦੇ ਚੱਲਦਿਆਂ ਮੈਂ ਖਬਰ ਇੱਕ ਹੋਰ ਸਾਂਝੀ ਕਰਨੀ ਚਾਹੁੰਦਾ। ਸਤੀਸ਼ ਸ਼ਾਹ ਇੱਕ ਉੱਘੇ ਕਾਮੇਡੀਅਨ ਸੀ ਬਾਲੀਵੁੱਡ ਦੇ, ਉਹ ਚੱਲ ਵਸੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਚਲਾਣੇ 'ਤੇ ਅਫਸੋਸ ਜ਼ਾਹਰ ਕੀਤਾ। ਸਤੀਸ਼ ਸ਼ਾਹ ਬੜੇ ਵੱਡੇ ਕੱਦ ਵਾਲੇ ਫਿਲਮ ਅਭਿਨੇਤਾ ਸੀਗੇ ਔਰ ਕਾਮੇਡੀ ਰਾਹੀਂ ਉਹਨਾਂ ਨੇ ਲੋਕਾਂ ਨੂੰ ਹਸਾ ਕੇ ਢਿੱਡੀ ਪੀੜਾਂ ਪਾਈਆਂ ਸਨ। ਸੋ ਸਾਡੇ ਵਿੱਚ ਨੇੜੇ ਇੱਕ ਅਫਸੋਸ ਦੀ ਖਬਰ ਔਰ ਮੋਦੀ ਨੇ ਅਫਸੋਸ ਸਾਂਝਾ ਕੀਤਾ। ਅਗਲੀ ਵੱਡੀ ਖਬਰ ਕਿ ਸਿੱਖਸ ਫਾਰ ਜਸਟਿਸ ਵਾਲੇ ਜਿਹੜੇ ਖਾਲਿਸਤਾਨ ਪੱਖੀ ਨੇ, ਉਹਨਾਂ ਨੇ ਇੱਕ ਸਟੇਟਮੈਂਟ ਕੱਢੀ ਸੋਸ਼ਲ ਮੀਡੀਆ 'ਤੇ ਔਰ ਕਿਹਾ ਕਿ ਦਰਸ਼ਨ ਸਿੰਘ ਸਾਸੀ ਐਬਟਸਫੋਰਡ ਦੇ ਜਿਹੜੇ ਸਫਲ ਬਿਜ਼ਨਸਮੈਨ ਜਿਹਨਾਂ ਨੂੰ ਕਤਲ ਕੀਤਾ ਗਿਆ, ਉਸ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ।
ਸਿੱਧਾ ਇਲਜ਼ਾਮ ਉਹਨਾਂ ਨੇ ਭਾਰਤ ਸਰਕਾਰ ਤੇ ਲਾਤਾ, ਭਾਰਤ ਦੇ ਖੁਫੀਆ ਤੰਤਰ ਤੇ, ਔਰ ਕਿਹਾ ਕਿ ਜਿਹੜੇ ਇੱਥੇ ਭਾਰਤੀ ਸਫੀਰ ਨੇ ਉਹਨਾਂ ਦੀ ਜਾਂਚ ਕਰਾਈ ਜਾਵੇ, ਨਮਦੇ ਕੱਸੇ ਜਾਣ। ਇਹ ਉਹਨਾਂ ਨੇ ਬਿਆਨ ਦਿੱਤਾ। ਨਾਲ ਦੀ ਨਾਲ 31 ਅਕਤੂਬਰ ਨੂੰ ਭਾਰਤੀ ਕੌਂਸਲੇਟਾਂ ਨੂੰ ਸੀਜ਼ ਕਰਨ ਦਾ ਸੱਦਾ ਵੀ ਦੇ ਦਿੱਤਾ ਉਹਨਾਂ ਨੇ। ਇਹ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ। ਅੱਗੇ ਵਧਦੇ ਹਾਂ ਕਿ ਜਸਵੰਤ ਸਿੰਘ ਖਾਰਾ ਨੂੰ ਯਾਦ ਕੀਤਾ ਗਿਆ। 27 ਅਕਤੂਬਰ ਨੂੰ ਉਹਨਾਂ ਦੀ ਬਰਸੀ ਸੀ ਜਾਂ ਸ਼ਹੀਦੀ ਦਿਹਾੜਾ ਸੀ। ਜਸਵੰਤ ਸਿੰਘ ਖਾਰਾ ਪੰਜਾਬ ਦੇ ਮਨੁੱਖੀ ਹੱਕਾਂ ਦੇ ਕਾਰਕੁਨ ਸੀ, ਲਵਾਰਿਸ ਲਾਸ਼ਾਂ ਦਾ ਹਿਸਾਬ ਲੈ ਰਹੇ ਸੀਗੇ। ਪੰਜਾਬ ਪੁਲਿਸ ਨੇ ਉਹਨਾਂ ਨੂੰ ਚੁੱਕ ਕੇ ਖਪਾ ਦਿੱਤਾ ਸੀ। ਸੋ ਜਸਵੰਤ ਸਿੰਘ ਖਾਰਾ ਨੂੰ ਮੰਨਿਆ ਜਾਂਦਾ ਕਿ ਅਗਵਾ ਕਰਨ ਤੋਂ ਬਾਅਦ ਸਤੰਬਰ ਮਹੀਨੇ ਦੌਰਾਨ 27 ਅਕਤੂਬਰ ਵਾਲੇ ਦਿਨ ਕਤਲ ਕੀਤਾ ਗਿਆ। ਸੋ ਜਸਵੰਤ ਸਿੰਘ ਖਾਰਾ ਨੂੰ ਯਾਦ ਕੀਤਾ ਗਿਆ ਸੋਸ਼ਲ ਮੀਡੀਆ 'ਤੇ। ਜਸਵੰਤ ਸਿੰਘ ਖਾਰਾ ਦਾ ਕੈਨੇਡਾ ਨਾਲ ਸੰਬੰਧ ਸੀ। ਇੱਕ ਤਾਂ ਉਹਨਾਂ ਦੇ ਬਾਬਾ ਜੀ ਹਰਨਾਮ ਸਿੰਘ ਕਾਮਾਗਾਟਾ ਮਾਰੂ ਜਹਾਜ਼ 'ਤੇ ਸਵਾਰ ਸਨ। ਦੂਜਾ ਜਸਵੰਤ ਸਿੰਘ ਖਾਰਾ 1995 ਵਿੱਚ ਕੈਨੇਡਾ ਆਏ, ਇੱਥੇ ਆ ਕੇ ਪੰਜਾਬ ਦੀ ਸਥਿਤੀ ਲੋਕਾਂ ਨੂੰ ਦੱਸੀ। ਉਸੇ ਸਾਲ ਉਹ ਵਾਪਸ ਗਏ। ਹਾਲਾਂਕਿ ਉਹਨਾਂ ਨੂੰ ਆਫਰ ਕੀਤਾ ਗਿਆ ਤੁਸੀਂ ਇੱਥੇ ਰਹਿ ਪਵੋ, ਰੈਫਿਊਜੀ ਸਟੇਟਸ ਦੀ ਅਪਲਾਈ ਕਰੋ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹ ਆਪਣੀ ਜਾਂਚ ਦਾ ਕੰਮ ਕਰਨ ਲਈ ਪੰਜਾਬ ਜਾਣਾ ਚਾਹੁੰਦੇ ਸੀ, ਜਿੱਥੇ ਪਹੁੰਚ ਕੇ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਗਵਾ ਕਰਕੇ ਖਪਾ ਦਿੱਤਾ। ਜਸਵੰਤ ਸਿੰਘ ਖਾਰਾ ਦੀ ਬਾਬਤ ਇੱਕ ਫਿਲਮ ਬਣੀ ਹੈ, ਹਨੀ ਤ੍ਰਿਹਨ ਨੇ ਬਣਾਈ ਹੈ, ਅਜੇ ਤੱਕ ਉਹ ਰਿਲੀਜ਼ ਨਹੀਂ ਹੋ ਪਾ ਰਹੀ। ਭਾਰਤ ਸਰਕਾਰ ਅੜਿੱਕੇ ਡਾ ਰਹੀ ਹੈ। ਉਸ ਸੰਬੰਧ ਵਿੱਚ ਇੱਕ ਵਿਸ਼ੇਸ਼ ਰਿਪੋਰਟ ਇਹਨਾਂ ਦਿਨਾਂ 'ਚ ਤੁਹਾਡੇ ਲਈ ਮੈਂ ਜ਼ਰੂਰ ਪੇਸ਼ ਕਰਾਂਗਾ। ਸੋ ਪਲੀਜ਼ ਸਟੇ ਟਿਊਨ। ਇਸ ਤੋਂ ਇਲਾਵਾ ਇੱਕ ਜਿਹੜੀ ਵੱਡੀ ਖਬਰ ਕਿ ਜਿਹੜੀ ਕੁਝ ਮੂਲ ਵਾਸੀ ਲੋਕ ਕਹਿ ਰਹੇ ਨੇ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ। ਰਿਚਮੰਡ ਦੇ ਵਿੱਚ ਜੋ ਬਾਤ ਦਾ ਪਤੰਗੜ ਬਣਾਇਆ ਗਿਆ, ਕੋਵਿਚਨ ਭਾਈਚਾਰੇ ਦੇ ਹੱਕ ਵਿੱਚ ਅਦਾਲਤ ਨੇ ਫੈਸਲਾ ਦਿੱਤਾ ਕਿ ਉਸ ਇਲਾਕੇ ਦੀ ਟੈਰੀਟਰੀ ਦਾ ਇੱਕ ਹਿੱਸਾ ਉਹਨਾਂ ਦੀ ਜੱਦੀ ਧਰਤੀ ਦਾ ਹਿੱਸਾ। ਇਸ ਨੂੰ ਲੈ ਕੇ ਇੱਕ ਡਰ ਵਾਲਾ ਮਾਹੌਲ ਖੜਾ ਕਰ ਦਿੱਤਾ ਗਿਆ ਕਿ ਲੋਕਾਂ ਦੀ ਪ੍ਰਾਪਰਟੀ ਖੁੱਸ ਜਾਵੇਗੀ, ਮੂਲ ਵਾਸੀ ਕਬਜ਼ੇ ਕਰ ਲੈਣਗੇ। ਉਹਨਾਂ ਨੇ ਕਿਹਾ ਕਿ ਸਾਡੀ ਕੋਈ ਮਨਸ਼ਾ ਨਹੀਂ, ਅਸੀਂ ਪ੍ਰਾਪਰਟੀਆਂ ਨਹੀਂ ਮੱਲਾਂਗੇ। ਪ੍ਰਾਪਰਟੀ ਦੇ ਰਾਈਟਸ ਅਤੇ ਇੰਡੀਜਨਸ ਰਾਈਟਸ ਇਕੱਠੇ ਨਾਲੋਂ ਨਾਲ ਚੱਲ ਸਕਦੇ ਨੇ। ਸੋ ਖਾਹ-ਮਖਾਹ ਜਾਣ ਕੇ ਗੁੰਮਰਾਹ ਕੀਤਾ ਜਾ ਰਿਹਾ, ਸਾਡਾ ਨਾਮ ਵਰਤ ਕੇ ਲੋਕਾਂ 'ਚ ਡਰ ਪੈਦਾ ਕੀਤਾ ਜਾ ਰਿਹਾ, ਸਾਡੇ ਖਿਲਾਫ ਨਫ਼ਰਤ ਵਧਾਈ ਜਾ ਰਹੀ ਹੈ। ਖਾਸ ਤੌਰ 'ਤੇ ਟੋਰੀ ਹਲਕਿਆਂ ਵੱਲੋਂ ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਆਖੀ ਹੈ। ਅਗਲੀ ਵੱਡੀ ਖਬਰ, ਟੋਰੀ ਪਾਰਟੀ ਦੇ ਨੇਤਾ ਨੇ BC ਵਿੱਚ ਜੌਨ ਰਸਟਾਰਡ। ਇਸ ਸਮੇਂ ਕਾਫੀ ਸਰਦਰਦੀਆਂ ਉਹਨਾਂ ਦੇ ਵੱਧ ਚੁੱਕੀਆਂ ਨੇ। ਲੋਕਪ੍ਰਿਅਤਾ ਦਾ ਗ੍ਰਾਫ ਹੇਠਾਂ ਨੂੰ ਆ ਡਿੱਗਿਆ। ਐਂਗਸ ਰੀਡ ਏਜੰਸੀ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ, ਜਿਸ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਟੋਰੀ ਪਾਰਟੀ ਨੂੰ ਵੋਟਾਂ ਪਾਈਆਂ ਸੀ, ਜੌਨ ਰਸਟਾਰਡ ਨੇ ਮੂਲ ਵੋਟਾਂ ਪਾਈਆਂ ਸੀ, ਉਹਨਾਂ ਵਿੱਚ ਰਸਟਾਰਡ ਦੀ ਮਕਬੂਲੀਅਤ ਘਟ ਗਈ ਹੈ। 48% ਦੀ ਉਹ ਲੋਕ ਨੇ ਜਿਨ੍ਹਾਂ ਨੇ ਪਿਛਲੀ ਵਾਰ ਵਿਧਾਨ ਸਭਾ ਚੋਣ ਵਿੱਚ ਟੋਰੀ ਪਾਰਟੀ ਨੂੰ ਵੋਟਾਂ ਪਾਈਆਂ, ਜੌਨ ਰਸਟਾਰਡ ਨੂੰ ਵੋਟਾਂ ਪਾਈਆਂ, ਜਿਹੜੇ ਕਹਿ ਰਹੇ ਨੇ ਕਿ ਰਸਟਾਰਡ ਨੂੰ ਹੁਣ ਲੀਡਰਸ਼ਿਪ ਤੋਂ ਲਾਂਭੇ ਹੋ ਜਾਣਾ ਚਾਹੀਦਾ। ਹਾਲਾਂਕਿ ਉਹਨਾਂ ਦੀ ਪਾਰਟੀ ਦਾ ਹਿੱਸਾ ਵੀ ਇਹ ਗੱਲ ਕਹਿ ਰਿਹਾ, ਪਰ ਉਹ ਅਹੁਦੇ ਤੋਂ ਲੈਣ ਲਈ ਤਿਆਰ ਨਹੀਂ। ਅਖੀਰ ਤੋਂ ਦੱਸੀ ਵੱਡੀ ਖਬਰ ਕਿ ਪਿੱਛੇ ਜਿਹੇ ਇੱਕ ਗ੍ਰਿਜ਼ਲੀ ਭਾਲੂ ਨੇ ਕੋਟਨੀ ਇਲਾਕੇ ਵਿੱਚ ਇੱਕ ਵਿਅਕਤੀ 'ਤੇ ਹਮਲਾ ਕੀਤਾ ਸੀ। ਇਹ ਵਿਅਕਤੀ ਕਾਫੀ ਦਿਨ ਜ਼ਖਮੀ ਰਿਹਾ। ਜ਼ਖਮੀ ਰਹਿਣ ਤੋਂ ਪਿੱਛੋਂ 3 ਹਫ਼ਤਿਆਂ ਬਾਅਦ ਉਸ ਦੀ ਮੌਤ ਹੋ ਗਈ। 3 ਹਫ਼ਤਿਆਂ ਬਾਅਦ ਉਸਨੇ ਦਮ ਤੋੜ ਦਿੱਤਾ। ਸੋ ਗ੍ਰਿਜ਼ਲੀ ਭਾਲੂ ਵੱਲੋਂ ਇਹ ਹਮਲਾ ਉਸ ਉੱਪਰ ਕੀਤਾ ਗਿਆ ਸੀ, ਜਿਸ ਵਿੱਚ ਜ਼ਖਮੀ ਹੋਇਆ ਸੀ, ਔਰ ਅਖੀਰ 3 ਹਫ਼ਤਿਆਂ ਪਿੱਛੋਂ ਉਸ ਦੀ ਮੌਤ ਹੋ ਗਈ। ਸੋ ਇਹ ਸਨ ਅੱਜ ਦੀਆਂ ਖਾਸ ਖਬਰਾਂ। ਲਵਾਂਗੇ ਨਿੱਕੀ ਜੀ ਬ੍ਰੇਕ, ਜਿਸ ਤੋਂ ਵਿੱਚ ਭਾਰਤੀਆਂ ਨੇ ਬਹੁਤ ਹੀ ਖਾਸ ਮਹਿਮਾਨ ਦੇ ਨਾਲ। ਸਾਡੇ ਅੱਜ ਦੇ ਖਾਸ ਮਹਿਮਾਨ ਨੇ ਜੀ ਅਪੂਰਵਾ ਨੰਦ, ਜਿਹੜੇ ਕਿ ਭਾਰਤ ਸਥਿਤ ਹਿੰਦੀ ਦੇ ਇੱਕ ਪੱਤਰਕਾਰ ਨੇ, ਬੜੇ ਵੱਡੇ ਕੱਦ ਵਾਲੇ। ਪਿੱਛੇ ਜੇ ਫ੍ਰੈਂਚੈਸਕਾ ਉਰਸੀਨੀ ਨਾਂ ਦੀ ਇੱਕ ਜਿਹੜੀ ਹਿੰਦੀ ਸਾਹਿਤ ਨਾਲ ਜੁੜੀ ਇੱਕ ਔਰਤ, ਇੱਕ ਟੀਚਰ, ਜਿਸ ਨੂੰ ਕਿ ਦਿੱਲੀ ਦੇ ਹਵਾਈ ਅੱਡੇ ਤੋਂ ਬਰੰਗ ਮੋੜ ਦਿੱਤਾ ਗਿਆ, ਉਸ ਨੂੰ ਲੈ ਕੇ ਬੜਾ ਵਾਦ-ਵਿਵਾਦ ਛਿੜਿਆ ਪਿਆ। ਇਸ ਦੇ ਕੀ ਮਾਣੇ ਨੇ, ਇਸ ਦੇ ਬਾਰੇ ਵਿਸ਼ੇਸ਼ ਗੱਲਬਾਤ ਅਪੂਰਵਾ ਨੰਦ ਦੇ ਨਾਲ ਇਸ ਬ੍ਰੇਕ ਤੋਂ ਪਿੱਛੋਂ। ਵੇਖਦੇ ਰਹੋ ਨਵੀਂ ਤਾਜ਼ੀ YouTube ਤੇ। 3 years ago, a local distributor was drowning in orders, inventory, and finances. Then they partnered with Stratwit to implement SAP Business One. Thereafter, everything became simple, accurate, and connected. Today, they're thriving, and so can you. At Stratwit Solutions Limited, we install the market's top ERP at an affordable price. सुषमा जी, बड़े कॉल्स आ रहे हैं और लोग बड़े परेशान हैं। कहते कि जैसे रेडियो पे हिंदी पंजाबी मिक्स गाने सुनने को मिलते थे ना हमारे यहाँ से, अब वैसे बिल्कुल रेडियो पे ऐसे गाने आते ही नहीं है। तुम्हारा कहने का मतलब है कि स्पाइस रेडियो पे जैसे प्रोग्राम आते थे एग्जैक्टली 1200 AM पे, तो वो जो प्रोग्राम थे वो हमने वो प्रोग्राम अभी भी हमारे पास हैं और वो हम उनको ले आए हैं रिम जिम पे। मतलब सेम प्रोग्रामिंग हम सुन सकते हैं। हाँ जी, जैसे लोगों को कल्चर ऑफ पंजाब बहुत पसंद था, वो भी हमारे पास है। नून सुकून जो हम पेश करते थे 12 बजे, वो भी है। गपशप जो हम पेश करते हैं वो भी है। इवनिंग शो जो मनशालिका करती हैं वो भी है। आफ्टरनून शो जो रिक्वेस्ट है वो भी हैं। तो ये सब कुछ रेडियो रिमझिम पे है और आप रिमझिम पे इनको सुन सकते हैं। और रिमझिम पे आप इसे हमारे रेडियो पर भी सुन सकते हैं और हमारा जो ऐप है उस पर भी आप सुन सकते हैं। तो अगर आपके पास आईफोन है तो आईफोन पे आप हमारा ऐप ले लीजिए और उसके ज़रिए आप प्रोग्राम सुन सकते हैं।
लरे दीन के हेत पुरजा कट मरे कबहू न छाड़े खेत। मत्था सिंगी अबदालियां न लाउन लगे ओदी फौज नू भाजड़ा पाउन लगे लाड़ी मौत नू खालसा बनाउन लगे लाड़ी मौत नू खालसे बनाउन लगे। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਪ੍ਰੋਗਰਾਮ ਨਵੀਂ ਤਾਜ਼ੀ ਦੇ ਵਿੱਚ। ਜਿਵੇਂ ਤੁਹਾਨੂੰ ਦੱਸਿਆ ਗਿਆ ਸਾਡੇ ਪ੍ਰੋਗਰਾਮ ਦੇ ਖਾਸ ਮਹਿਮਾਨ ਨੇ ਅਪੂਰਵ ਆਨੰਦ, ਜਿਹੜੇ ਕਿ ਉੱਗੇ ਹਿੰਦੀ ਦੇ ਪੱਤਰਕਾਰ ਨੇ। ਫ੍ਰਾਂਚੈਸਕਾ ਉਰਸੀਨੀ ਨਾਲ ਜੋ ਕੁਝ ਹੋਇਆ ਵਾਪਰਿਆ ਦਿੱਲੀ ਡਿਵਾਈਡਰ ਤੇ ਉਸ ਦੇ ਬਾਰੇ ਵਿਸ਼ੇਸ਼ ਗੱਲਬਾਤ ਕਰਨਗੇ। आओ सुनिए उन्होंने विचार। अपूर्व आनंद जी, हमारे मंच पे आपका स्वागत है। बहुत शुक्रिया जी। तो सबसे पहले यहाँ से शुरू करेंगे अपूर्व आनंद जी, क्योंकि आपकी काफ़ी पकड़ है हिंदी साहित्य के ऊपर। जो फ्रांचेस्का ओर्सिनी है उसके काम के बारे में हमारे दर्शकों को क्या बताना चाहेंगे आप? फ्रांचेस्का ओर्सिनी इटली की रहने वाली हैं। उनके माँ पिता इटली के हैं, लेकिन लंदन में रहती हैं क्योंकि वहाँ पढ़ाती रही हैं वो सोवास लंदन में। अब वहाँ वो एमेरिटस प्रोफेसर हैं, लेकिन उन्होंने वो हिंदुस्तान आई थी हिंदी सीखने के लिए, और यहाँ उन्होंने जवाहरलाल नेहरू विश्वविद्यालय और केंद्रीय हिंदी संस्थान इन सब में हिंदी सीखी, और जब हिंदुस्तान आई तो एक तरह से इसके मोहब्बत में पड़ गई। तो हिंदी उनका विषय हो गया, यानी उनकी स्कॉलरशिप का इलाका हिंदी है। हिंदी के बारे में लिखना, और ख़ासकर हिंदी के इतिहास के बारे में कि हिंदी, जिस हिंदी में हम बातचीत कर रहे हैं वह हिंदी कैसे बनी, उसका दूसरी ज़ुबानों से क्या रिश्ता है, ख़ासकर उर्दू से क्या रिश्ता है, फिर ये जो हिंदी का इलाका है वो कैसे बनता है, लोग एक दूसरे से कैसे मिलते जुलते हैं, उसकी जो मैगज़ीन्स हैं, पत्रिकाएं हैं। यह अवधारणा जर्मनी के समाजशास्त्री हैबरमास की थी, पब्लिक स्फेयर की। तो उन्होंने हिंदी के पब्लिक स्फेयर को देखने की कोशिश की पिछली सदी के कुछ 2-3 दशकों को लेकर, और वो उनकी पहली बड़ी किताब थी हिंदी पब्लिक स्फेयर, और उसकी बहुत चर्चा हुई, उसी से वो मशहूर हुई। और उसके बाद उन्होंने बहुत सारी किताबें की, संपादित की, और उनका काम मुख्य रूप से, जैसे मैंने बतलाया, कि हिंदी के ऐतिहासिक पक्ष पर है। और जो मध्यकाल के हिंदी लेखक हैं उन पर भी उनका काम है। ख़ासकर वो अपना ध्यान टेक्स्ट पर केंद्रित करते हैं और टेक्सचुअल एनालिसिस करती हैं। तो वह एक, जिसे आप कहें, बहुत ही रिगरस स्कॉलर हैं। और उन्होंने जब कुछ समय पहले एक पूरी चर्चा शुरू हुई वर्ल्ड लिटरेचर की, तो उस वर्ल्ड लिटरेचर का सेंटर वेस्ट था, जिन लोगों ने उसको कॉन्सेप्चुलाइज किया। लेकिन फ्रांचेस्का ने कहा कि नहीं, इसमें जो ईस्ट है और या फिर अरब देश हैं या बाकी लोग हैं, वो भी इस वर्ल्ड लिटरेचर को डिफाइन करते हैं। तो एक पूरा प्रोजेक्ट उन्होंने किया जिसमें हम लोग भी उनके साथ थे हिंदुस्तान की तरफ से। तो काम उनका काफ़ी है, लिखा उन्होंने बहुत है, संपादन बहुत किया है,
और ज़्यादातर वे अंग्रेज़ी में लिखती हैं, लेकिन अंग्रेज़ी में वो हिंदी के बारे में लिखती हैं, और वो कई ज़ुबानें जानती हैं। इतालवी जानती हैं, अंग्रेज़ी जानती हैं, मेरे ख्याल में फ्रेंच भी जानती हैं, उर्दू जानती हैं, फ़ारसी जानती हैं, तो वो कई ज़ुबानों की जानने वाली हैं। तो हिंदी उर्दू के रिश्ते के बारे में भी उन्होंने लिखा कि जब हिंदी उर्दू दोनों अलग हो गई, उसके पहले वो किस तरह एक ही इलाके के ज़ुबानें थीं, तो उनमें जो एक तरह की दोस्ती है, एक तरह की आवाजाही है, उसके बारे में भी उन्होंने लिखा। अनुवाद भी वे करती हैं। अब पिछले साल जब आई थी, हमारी बातचीत हुई थी, तो वे हिंदी की उपन्यासकार और कवि नीलेश रघुवंशी, जो भोपाल में रहते हैं, उनके उपन्यास का अनुवाद कर रही थी, और उपन्यास का अनुवाद करने के क्रम में वो भोपाल भी गई, लेखक के साथ भी रही, फिर वो दूसरे लेखकों से भी मिली, लखनऊ गई, उत्तर प्रदेश के गांव में गई। तो वो हर साल आती हैं, गांव में, कस्बों में लेखकों के साथ, विद्यार्थियों के साथ वो वक्त गुजारती हैं, और उनका हिंदुस्तान से कोई 40 साल का रिश्ता है। वाह। तो पूरे दुनिया में, यूरोप की यूनिवर्सिटीज़ में, अमेरिका की यूनिवर्सिटीज़ में उन्होंने पढ़ाया है, और हिंदुस्तान में कम से कम जो हिंदी में जिनकी दिलचस्पी है, वे फ्रांचेस्का ओरसिनी को जानते हैं, और अलग अलग डिसिप्लिन्स के लोग जानते हैं। ऐसा नहीं कि सिर्फ हिंदी के, इतिहास के लोग भी जानते हैं, सोशियोलॉजी के लोग भी जानते हैं। तो स्कॉलरशिप की दुनिया में फ्रांचेस्का ओरसिनी एक जाना हुआ नाम है। बहुत अच्छे तरीके से आपने थोड़े लफ्जों में काफी कुछ बता दिया उनके काम के बारे में। बुरवालन जी, मैं आपसे जानना चाहूंगा कि अभी तक तो ये पहेली बनी हुई कि किन कारणों की वजह से उनको डिपोर्ट किया गया, चाहे वो टेक्निकल मामला है या कोई पॉलिटिकल मामला है, लेकिन जो उसके बाद जो माहौल बना एक हिंदुस्तान में, जैसे आपने बताया कि उनका कितना गहरा रिश्ता है भारत के साथ, 40 साल पुराना रिश्ता, लेकिन उसके बावजूद उनके खिलाफ जो जहर उगली जा रही है, जिस तरह का माहौल हम देख रहे हैं, क्या महसूस करते हैं, क्या कहना चाहेंगे उसके बारे में? देखिए, जैसा आपने कहा कि ये हमें नहीं मालूम कि उनको क्यों डिपोर्ट किया गया, है ना? और इसकी वजह बिल्कुल तकनीकी हो सकती है, क्योंकि अलग अलग मुल्कों की वीज़ा की शर्तें अलग अलग होती हैं, और अगर आप विजिटर्स वीज़ा पर आ रहे हैं, तो अब इस बात पर एतराज़ हो सकता है किसी मुल्क को कि भाई आपने किसी मीटिंग में शिरकत कैसे कर ली, किसी मुशायरे में कैसे चली गई, किसी लेखक से आपने कैसे बात कर ली। हो सकता है कि कोई ऑफिसर इनको क्लासिफाई कर रहा हो रिसर्च एक्टिविटी में, और फिर वो कहे कि नहीं, आप स्टडी और रिसर्च कर रही थी, जो कि वायलेशन है वीज़ा नॉर्म्स का। तो ये एक बिल्कुल टेक्निकल और ब्यूरोक्रेटिक इंटरप्रिटेशन हो सकता है, और उस वजह से हो सकता है। तो इसके ज़रूरी नहीं है कि इसकी कोई वैचारिक वजह हो या राजनीतिक वजह हो, क्योंकि जैसा मैंने बताया कि फ्रांचेस्का ओरसिनी, जिसे पब्लिक राइटिंग कहते हैं, पॉपुलर राइटिंग, अखबारों में लिखना, कमेंट करना, वो नहीं करती हैं। वो रिगरस एकेडमिक पेपर लिखती हैं, किताबें लिखती हैं। तो जैसे आप समकालीन आज की समस्या, आज का विषय है, उस पर जैसे बहुत सारे लोग लिखते हैं, वैसे फ्रांचेस्का कभी नहीं लिखती हैं। तो इसलिए कोई इस तरह का एतराज़ होगा, यह समझना बहुत ही मुश्किल है। हमारे ख्याल में कोई तकनीकी वजह ही रही होगी, जिसको अधिकारियों को भी देखना चाहिए, और उन्हें इसलिए थोड़ी रियायत से देखना चाहिए कि भाई एक स्कॉलर जो आता रहा है 40 साल से आपके मुल्क में, जिसकी दिलचस्पी है और जो हिंदी में काम करता है, तो वो हिंदी के लोगों से ही तो मिलेगा जुलेगा, और उसकी बातचीत क्या होगी, इसी किस्म की बातचीत होगी, पढ़ाई लिखाई की, रिसर्च की, बाकी चीज़ों की। अगर आप उसको इतनी सख्ती से कैटेगराइज कर देंगे, तब तो बहुत मुश्किल होगा। और दूसरे ये भी इससे एक सवाल उठता है कि जो वीज़ा की शर्तें होती हैं, उनके बारे में भी सोचना चाहिए। मैं बाकी मुल्कों का भी देख रहा था, तो बहुत मुश्किल है। अगर कई मुल्क इसमें बहुत सख्त हैं, अमेरिका हो, दूसरे मुल्क हों, तो इस पर सारे मुल्कों को सोचना चाहिए कि हम अगर ये कहते हैं कि भाई हम एक पूरी दुनिया है, तो इसमें आप स्कॉलरशिप को नेशनल बाउंड्रीज में बांध के कैसे रख सकते हैं?
और क्यों रखना चाहिए, और इतनी घबराहट क्यों है ना। हम ये हर मुल्क को है, मैं सिर्फ हिंदुस्तान के बारे में नहीं कह रहा। लेकिन उसके बाद जैसा आपने कहा कि जब उनको डिपोर्ट किया गया, ये खबर आई, और चूंकि हिंदुस्तान की सरकार ने अब तक बताना जरूरी नहीं समझा है, और ये भी बहुत फिक्र की बात है कि भाई एक स्कॉलर जो एक तरह से हिंदुस्तान का एम्बेसडर है, हिंदी की एम्बेसडर मैं उनको कहूँगा पूरी दुनिया में, वो हमारी एम्बेसडर हैं, बिना किसी खर्च के हमारे एम्बेसडर हैं। तो उनके साथ जो ये हुआ, तो वजह तो बतानी चाहिए, वजह हमें नहीं पता है, ये एक फिक्र की बात है। और इस वजह से कयास आराई हो रही है, ये हुआ होगा, वो हुआ होगा। तो कयास आराई नहीं होती अगर आप पहले ही दिन एक छोटा सा बयान जारी कर देते। लेकिन हो सकता है कि आप फ्रांसिस्का ओरसिनी को कोई अहम आदमी ना मान रहे हो। आखिर वो क्या है, एक प्रोफेसर ही तो है, एक लेखक ही तो है, उसके बिसात ही क्या है, वो कोई एक राजनेता तो नहीं है। तो ये एक अलग मसला है। तो इसके चलते कयास आराई की जगह मिल गई। और लेकिन उसके बाद जो रिएक्शन हुआ हिंदुस्तान में, और खासकर जिसे हम दक्षिण पंथ का रिएक्शन कहते हैं या हिंदुत्व का रिएक्शन कहते हैं, वह बहुत चिंताजनक है। क्योंकि और ये कई जिम्मेदार लोगों ने किया जो डिप्लोमेटिक सर्विस में रह चुके हैं, एम्बेसडर रह चुके हैं, फॉरेन सर्विस में रह चुके हैं। उनका ये कहना है कि भाई कोई फिरंगी या विदेशी हमें क्या बतलाएगा हिंदी के बारे में, हिंदुस्तान के बारे में, ये क्या बात है। फिर कुछ लोगों का ये कहना है कि हमने तो उनका नाम ही नहीं सुना, ये कौन है। तो अब भाई एक स्कॉलर जो अपनी स्कॉलरशिप की दुनिया में रहता है, जरूरी नहीं है कि दुनिया में सारे लोग उसका नाम जाने, बल्कि वो चाहता भी नहीं है, चाहती भी नहीं है कि उसको इस तरह की शोहरत मिले। वो तो तभी हम जानते हैं ना किसी एक स्कॉलर को, किसी एक साइंटिस्ट को, जब उसको नोबेल पुरस्कार मिल जाता है, तब बाकी लोग जानते हैं। वरना तो वो पूरी जिंदगी गर्क है, अपनी लेबोरेटरी में काम कर रही है, किसी एक प्रॉब्लम पर काम कर रही है जिस पर वो 20 साल लगाती है, 25 साल लगाती है, और वो कोई दुनिया को बताने नहीं जाती है कि मैं 25 साल तक इस मसले पर काम कर रही हूँ। उसको कोई एक ऐसा इनाम मिल जाता है तो पूरी दुनिया फिर उसका नाम अचानक जानती है। तो फिर उसको लगता है कि अरे अरे ये तो कोई बहुत मारूफ शख्सियत है। तो फ्रांसिस्का की भी ऐसी कोई का इरादा नहीं था। लेकिन उसके बाद लोगों ने ये कहना शुरू किया कि ये दरअसल हिंदुस्तान के मुखालिफ हैं और ये फिरंगी हैं, ये हमें क्या बतलाएंगे। तो ये एक तंग नजरी जो हमारे मुल्क में पिछले 11-12 बरस में आ गई है, जिसमें हम सोचते हैं कि जो ज्ञान है, जो इल्म है, वो भी ये जो राष्ट्र की हद है उस हद के भीतर ही रहता है ना। और हम बाहर के, जिसको हम बाहर का कहते हैं, उसको हम ये इजाजत नहीं देंगे कि वो हमारे बारे में कुछ बोले, हमारा अध्ययन भी करे, हम इसकी इजाजत नहीं देंगे। तो यह एक तंग नजरी है एक तरह की, जो दिखलाई पड़ी फ्रांसिस्का पर। और उसको पढ़ के हमें थोड़ा रोना भी आया, थोड़ी हंसी भी आई, क्योंकि 1-2 दिन के भीतर ही लोग बतलाने लगे कि फ्रांसिस्का के काम में क्या। अब अगर 20 किताबें हैं, आपने उनका नाम आज जाना है, तो एक दिन के अंदर आप 20 किताबों में क्या है ये कैसे जान गए, है ना। तो इससे भी मालूम होता है कि दरअसल हमारे यहाँ प्रोपेगेंडा किस स्तर का है, जिसमें आपको यह पता करने की भी जरूरत अब नहीं रह गई कि दरअसल किताबों में क्या लिखा है। आपके नतीजे पहले से हैं, और नतीजे क्या हैं कि चूंकि हमारी सरकार ने डिपोर्ट किया, तो ये जरूर राष्ट्रवाद विरोधी होंगी जो अभी की हैं, ये जरूर उर्दू की पक्षधर होंगी, ये कुछ जरूर ऐसी होंगी। तो आपने बिना पढ़े नतीजे निकाल लिए और एक पूरा प्रचार शुरू कर दिया उनके खिलाफ। ये एक जो फितरत हो गई है हिंदुस्तान में भी, उसका एक दूसरा नमूना है, जिसमें अब हमने अपने अपने पक्ष तय कर लिए हैं। तो एक पूरी जमात बैठी हुई है जो सरकार ने कुछ किया, जैसा मैंने कहा कि हमें नहीं पता है क्यों किया सरकार ने, तो हम कोई नतीजा कैसे निकाल सकते हैं। बिल्कुल। जैसे मैं भी ये नहीं कह रहा हूं कि उन्होंने आइडियोलॉजिकल वजहों से उनको नहीं आने दिया, ये मैं नहीं कह रहा हूं, बिल्कुल, क्योंकि मुझे नहीं पता ही नहीं। लेकिन ये जो पूरी जमात है, ये पूरी जमात पिल पड़ी और ये साबित करने पर तुल गई कि वो तो नाकुछ हैं, उनको कोई नहीं जानता है, वगैरह वगैरह। और अगर उन्होंने कुछ लिखा भी है
तो उसकी क्या अहमियत है, क्या हम एक फिरंगी से जानेंगे, तो वो यहाँ क्यों काम कर रही हैं, वो वहाँ काम करें वगैरह। अब ये सारी बातें इतनी आ, इसको हम क्या कहेंगे, ये इस स्तर की हैं कि इनको रिस्पॉन्ड भी नहीं किया जा सकता। बिल्कुल बिल्कुल। आप अमेरिका या कनाडा आप में देख लें, आप देख लें कि वहाँ की यूनिवर्सिटी में कितने हिंदुस्तानी हैं, कितने अरब मूल के लोग हैं, कितने अफ्रीकी हैं, कितने दूसरे ओरिजिन के लोग हैं। यूरोप की यूनिवर्सिटी में देख लें, तो क्या वहाँ के लोग ये कहने लगे कि इन सबको हटा दो क्योंकि ये हिंदुस्तानी है, ये पाकिस्तानी है, ये अफ्रीकी है, ये अरब ओरिजिन का है, इन सबको निकालो, यहाँ सिर्फ यही रहेंगे। तो ये तो और फिर ये भी साथ साथ कहा जा रहा है कि हिंदुस्तान को स्टार स्कॉलर्स को अपने यहाँ बुलाना चाहिए। दोनों चीजें एक साथ कैसे हो सकती हैं? एक तरफ तो आप कहते हैं हम किसी को आने नहीं देंगे, है ना, और उसके खिलाफ आप एक पूरी नफरत का प्रचार शुरू कर देते हैं, तो इस माहौल में कोई आएगा कैसे? अपूर्वानंद जी, आखिर में मैं आपसे एक ही बात पूछनी चाहूंगा कि इंडिया के ऊपर ये कैसा रिफ्लेक्शन है? एक तरफ तो कहा जाता है कि अतिथि देवो भव, है ना, दूसरी तरफ आप हिंदुस्तान की बात करते हैं, जो जो सरकार है इस वक्त दिल्ली में बैठी है, तो उन पे कैसा रिफ्लेक्शन है कि जो उसके साथ हुआ, चाहे इसके कारण कुछ भी रहे हो, और जो रिएक्शन को देख के कैसा रिफ्लेक्शन है इंडिया के ऊपर इसको लेके? हाँ, जो रिएक्शन है उससे हिंदुस्तान अभी जिस हाल में है उसका पता चलता है कि हम एक बहुत ही तंग नज़र कौम के रूप में दिखलाई पड़ रहे हैं। हम जो बहुत मीडियोकर हैं, हम लोग जिन्हें ना तो नॉलेज का पता है, नॉलेज जनरेट कैसे होता है इसका पता है, ना हमें स्कॉलरशिप का पता है, हम प्रोपेगेंडा और स्कॉलरशिप में फ़र्क नहीं कर पाते हैं। हम एक स्कॉलर और एक पॉपुलर पब्लिक जो स्पीकर होता है उसमें फ़र्क नहीं कर पाते हैं। तो ये जो एक तरह का कॉग्निटिव आप कह सकते हैं डैमेज हिंदुस्तान को हुआ है पिछले 11 साल में, ये इसका एक नमूना है। और इसका भी एक नमूना है कि हिंदुस्तान में एकेडमिक लोगों की कदर कितनी कम हो गई है। और वह एक बड़ा मसला है जिस पर कभी और बात हो सकती है कि यह दरअसल एकेडमिक आज़ादी से जुड़ा हुआ मसला है कि हम उसको कितने नैरोली डिफाइन कर रहे हैं, कितने तंग तरीके से डिफाइन कर रहे हैं, हम किन को इजाज़त देते हैं, किन को इजाज़त नहीं देते हैं। तो ये इससे हिंदुस्तान बाहर बहुत ही बुरा दिखलाई पड़ेगा। ये दिखलाई पड़ेगा कि हिंदुस्तान में कोई भी स्कॉलरशिप की कदर नहीं करता है। तो आप अपने बारे में भले ही कहते रहें कि हमारे यहाँ तो सबसे पहले यह ज्ञान आ गया था, वह ज्ञान आ गया था, लेकिन अभी आप दिखलाई पड़ रहे हैं जिसको ज्ञान का पता ही नहीं है कि वो ज्ञान होता क्या है, स्कॉलरशिप होती क्या है, स्कॉलरशिप करने का क्या मतलब होता है। एब्सोल्युटली। अपूर्वानंद जी, बहुत शुक्रिया, आपने वक्त निकाला हमारे लिए, मैं आपका बहुत आभारी हूँ। कोई बात रह गई हो, नहीं पूछ सका, अपनी तरफ से ऐड करना चाहें तो कर सकते जाने से पहले। नहीं, मैं सिर्फ ये कहना चाहूँगा कि हम उम्मीद करते हैं कि पूरी दुनिया में इस बात पर विचार किया जाएगा कि स्कॉलर्स जब आते जाते हैं तो उनके आने जाने की शर्त पर जो शर्तें लगी हुई हैं उनको आसान किया जाए और हिंदुस्तान भी आसान करे। और दूसरे, हम एक दूसरे को मौका दें, हर मुल्क के व्यक्ति, कि वो एक दूसरे के बारे में जानकारी हासिल कर सके, बात हासिल कर सके। हम नेशनल बाउंड्रीज को इतना सख्त ना कर दें। तीसरे मैं ये करता हूँ, लेकिन जैसा मैंने कहा कि एक अलग बातचीत का मसला है कि हिंदुस्तान में अभी नॉलेज, डिसिप्लिन्स, एडुकेशन, इन सब की समझ खत्म होती चली जा रही है। उस पर बात होने की जरूरत, क्योंकि ये बहुत बड़ा खतरा है। अगर इसकी समझ खत्म हो गई तो फिर इसको वापस हासिल करना बहुत मुश्किल हो जाएगा। हमें चीन के कल्चरल रिवॉल्यूशन से कुछ सबक लेना चाहिए। चीन ने कल्चरल रिवॉल्यूशन में एक तरह से खुद को खत्म कर दिया था, नॉलेज, बाकी तमाम चीजों को, और वापस हासिल करने में उनको काफी वक्त लग गया। तो हमारे यहाँ भी एक तरह का कल्चरल रिवॉल्यूशन चल रहा है जिसमें हमने एक तरह की जंग छेड़ दी है नॉलेज के खिलाफ।
तो इसकी बहुत बड़ी कीमत अदा करनी पड़ेगी हिंदुस्तान को। मैं सिर्फ यह कहना चाहता हूँ। बिल्कुल ठीक है आपने। पूर्वानंद जी, फिर मुलाकात होगी। बहुत बहुत शुक्रिया। ये बहुत बहुत शुक्रिया, बहुत शुक्रिया।